everyone, bonjour à tous, Sat Shri Akal ji ਸਾਰਿਆਂ ਨੂੰ, salam, namaste et bienvenue à votre tout premier cours de français. Ji ਆਇਆਂ ਨੂੰ, welcome. So first of all, I will need you to take a copy and a pen. So ਮੈਨੂੰ ਲੋੜ ਹੈ ਕਿ ਤੁਸੀਂ ਲਓ ਇੱਕ ਪੈਨ, ਇੱਕ ਕਾਪੀ so that you can write down whatever we are going to learn today. ਤਾਂ ਕਿ ਤੁਸੀਂ ਜੋ ਵੀ ਆਪਾਂ ਅੱਜ ਸਿੱਖਣਾ ਹੈਗਾ ਉਹ ਤੁਸੀਂ ਲਿਖ ਸਕੋ. So, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਦੇਣਾ ਚਾਹੁੰਦੀ ਹਾਂ. ਜੇ ਆਪਾਂ ਕੋਈ ਸਬਜ਼ੀ ਬਣਾਉਣੀ ਆ ਤੇ ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਬਣਾਉਣੀ ਆ, ਠੀਕ ਹੈ ਨਾ, ਪਰ ਸਾਡੇ ਕੋਲ ਸਮਾਨ ਹੀ ਹੈ ਨਹੀਂ, c'est-à-dire ਜਾਣੀ ਕਿ ਪਤੀਲਾ, ਤੇਲ, ਸਬਜ਼ੀ, ਲੂਣ, ਮਸਾਲਾ, ਮਿਰਚ ਐਟਸੈਟਰਾ, ਤੇ ਆਪਣੀ ਸਬਜ਼ੀ ਨਹੀਂ ਬਣੂਗੀ. ਸੋ ਇੱਦਾਂ ਹੀ ਬੋਲੀ ਭਾਸ਼ਾ ਦੇ ਨਾਲ ਹੁੰਦਾ. ਜਦੋਂ ਆਪਾਂ ਸਿੱਖਦੇ ਹਾਂ ਤੇ ਸਾਨੂੰ ਵੋਕੈਬਲਰੀ ਦੀ ਬਹੁਤ ਜ਼ਿਆਦਾ ਲੋੜ ਹੈ. ਕਹਿ ਲਓ ਕਿ ਇੱਕ ਸਮਾਨ ਆ, ਠੀਕ ਹੈ ਨਾ. ਸੋ ਤੁਹਾਨੂੰ ਸਮਾਨ ਦੀ ਬਹੁਤ ਜ਼ਿਆਦਾ ਲੋੜ ਹੈ. ਜਿੰਨਾ ਸਮਾਨ ਹੋਊਗਾ ਉਨੀ ਤੁਹਾਡੀ ਸਬਜ਼ੀ ਜਾਣੀ ਕਿ ਬੋਲੀ ਤੁਹਾਡੀ ਸਹੀ ਲੱਗਣੀ ਆ. ਪਰ ਸਮਾਨ ਦੇ ਨਾਲ ਨਾਲ ਤੁਹਾਨੂੰ ਨੌਲੇਜ ਦੀ ਵੀ ਲੋੜ ਹੈ, ਜਾਣੀ ਕਿ ਕਿਸ ਤਰ੍ਹਾਂ ਮੈਂ ਬਣਾਉਣੀ ਆ. ਪਹਿਲਾਂ ਮੈਂ ਭਾਂਡਾ ਰੱਖੂੰਗੀ, ਫਿਰ ਉਸ ਤੋਂ ਬਾਅਦ ਉਹਦੇ ਵਿੱਚ ਥੋੜਾ ਜਿਹਾ ਤੇਲ ਪਾਉਂਗੀ, ਫਿਰ ਜੀਰਾ ਸੁੱਟੂੰਗੀ, ਜੋ ਵੀ ਹੈਗਾ ਆ. ਸੋ ਦਿਸ ਇਜ਼ ਗ੍ਰਾਮਰ. ਇਹ ਹੈਗਾ ਆ ਸਾਰਾ ਗ੍ਰਾਮਰ ਦਾ ਹਿੱਸਾ, ਜਾਣੀ ਕਿ ਸਬਜੈਕਟ, verb, complement. Je suis fatigué, par exemple. I am tired. ਮੈਂ ਥੱਕੀ ਹੋਈ ਹਾਂ. ਸੋ ਪੰਜਾਬੀ ਵਿੱਚ ਉਲਟਾ ਹੈਗਾ ਆ. ਸੋ ਇਸ ਕਰਕੇ ਤੁਸੀਂ ਜੇ ਤੁਹਾਨੂੰ ਇੰਗਲਿਸ਼ ਆਉਂਦੀ ਹੈ ਤੇ ਤੁਸੀਂ ਉਸ ਤੇ ਜ਼ਰੂਰ ਕੰਪੇਅਰ ਕਰਨਾ, ਕਿਉਂਕਿ ਫ੍ਰੈਂਚ ਜਿਹੜੀ ਹੈਗੀ ਹੈ ਉਹ ਸੇਮ ਸੈਂਟੈਂਸ ਦਾ ਤਰੀਕਾ ਵਰਤਦੀ ਹੈਗੀ ਹੈ. ਸੋ what I was saying is that you need vocabulary. Vocabulary is the base for everything. Of course, you need the minimum knowledge for the grammar. Otherwise, you're not going to make good sentences and your dish isn't going to be yummy. So, let's go for the first class. One other precision is that I want you to know I'm going to start from the very beginning, which means the alphabet. So, मैं बिल्कुल शुरुआत ਤੋਂ ਸ਼ੁਰੂ ਕਰਨ ਲੱਗੀ ਹਾਂ. ਜੇ ਤੁਹਾਨੂੰ already ਪਤਾ ਹੈ ਇਹ ਸਾਰਾ ਕੁਝ, ਕੋਈ ਗੱਲ ਨਹੀਂ, ਤੁਸੀਂ ਪਲੀਜ਼ ਸੁਣੋ ਜ਼ਰੂਰ, ਰਿਪੀਟ ਕਰੋ, ਸ਼ਾਇਦ ਕੁਝ ਨਾ ਕੁਝ ਵਧੀਆ ਹੋ ਜਾਵੇ, prononciation ਤੁਹਾਡੀ ਸੁਧਰ ਜਾਵੇ. Donc peut-être que vous allez apprendre quelque chose de plus tout de même. So, let's go. ਮੈਂ ਇਹੀ ਕਹੂੰਗੀ ਕਿ ਤੁਸੀਂ ਮੇਰੇ ਮਗਰ ਜ਼ਰੂਰ ਬੋਲਣਾ ਤਾਂ ਕਿ ਤੁਹਾਡੀ ਪ੍ਰੈਕਟਿਸ ਹੋ ਜਾਵੇ. ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂੰਗੀ ਕਿ ਉਹਨੂੰ ਫ੍ਰੈਂਚ ਵਿੱਚ ਕਿਸ ਤਰ੍ਹਾਂ ਬੋਲੀਦਾ ਆ, ਕੋਈ ਲਫ਼ਜ਼ ਜਿਹਦੇ ਵਿੱਚ ਉਹ ਵਰਤਿਆ ਜਾਂਦਾ ਆ, ਉਸ ਦੀ ਟ੍ਰਾਂਸਲੇਸ਼ਨ ਇੰਗਲਿਸ਼ ਵਿੱਚ, ਉਸ ਦੀ ਟ੍ਰਾਂਸਲੇਸ਼ਨ ਪੰਜਾਬੀ ਵਿੱਚ. ਲੈਟਸ ਗੋ. ਆ, ਐੜੇ ਨੂੰ ਕੰਨਾ, ਆ. ਜਿੱਦਾਂ ਮੈਨੂੰ ਇੱਕ ਵੀਰੇ ਨੇ ਕਿਹਾ ਸੀਗਾ ਕੈਥ ਹੁੰਦਾ, ਕੈਥ ਦਲਾਂ ਪਾਈਏ, ਨੋ. ਜਦੋਂ ਆ ਲੱਗਦਾ ਹੈ ਨਾ ਤੇ ਇਹਦਾ ਮਤਲਬ ਕੰਨਾ ਲੱਗਦਾ ਹੈ, ਠੀਕ ਹੈ ਨਾ. ਸੋ comme dans un arbre, un arbre. A tree, dracht, B comme dans bébé, bébé ni bébé, baby, छोटा जा बच्चा. C comme dans sérieux, sérieux, serious, गंभीर. D comme dans développer, to develop, develop करना. E, ਇੱਥੇ ਆ ਜਾਓ. E, ਇੱਥੇ ਮੈਨੂੰ ਔਂਕੜ ਲਾਉਣਾ ਪੈਂਦਾ ਆ ਉਸ ਲਫ਼ਜ਼ ਦੇ ਨਾਲ ਜਿਹਦੇ ਨਾਲ ਉਹ ਲੱਗਿਆ ਹੁੰਦਾ ਆ ਉਸ ਅੱਖਰ ਦੇ ਥੱਲੇ, ਪਰ ਨਾਰਮਲੀ ਇੱਦਾਂ ਨਹੀਂ ਹੈਗਾ. ਉਹ ਨਹੀਂ ਹੈਗਾ, ਆ. ਇੱਥੋਂ ਕੁਝ ਆ ਜਾਂਦੀ ਆ. Repeat after me. So, comme dans une ville, ville. A town, ਇੱਕ ਸ਼ਹਿਰ. F, ਇੱਥੇ ਵੀ ਆਪਣੇ ਪੰਜਾਬੀ ਵਿੱਚ ਹੈਗਾ ਆ ਫੱਫਾ. ਆਪਾਂ ਬੁੱਲਾਂ ਨਾਲ ਦੇਖੋ ਕੀ ਕਰਦੇ, ਫ, ਪਰ ਇਹ ਹੈਗਾ F, F comme dans fleur, a flower, ਫੁੱਲ. ਉਸ ਤੋਂ ਬਾਅਦ G, ਇੱਥੇ ਵੀ ਮੈਂ ਜੀਜੇ ਨਾਲ ਲਿਖਦੀ ਹਾਂ, ਜੀਜੇ ਨੂੰ ਲਾਂ, ਪਰ ਇਹ ਬਣ ਜਾਂਦਾ J ਨਹੀਂ ਆ, G comme dans gymnastique, exercise, ਕਸਰਤ ਕਰਨੀ. H ਜਿਹੜਾ ਹੈਗਾ ਆ ਫ੍ਰੈਂਚ ਦੇ ਵਿੱਚ ਮਿਊਟ ਹੁੰਦਾ ਆ, ਜਿੱਦਾਂ ਕਿ ਹਸਪੀਟਲ ਆਪਾਂ ਨਹੀਂ ਬੋਲਣਾ ਉਹਨੂੰ, ਤੇ ਚਲੋ ਇੰਗਲਿਸ਼ ਵਿੱਚ ਹਸਪੀਟਲ. ਪੰਜਾਬੀ ਵਿੱਚ ਤੁਸੀਂ ਹਸਪੀਟਲ ਨੂੰ ਕੀ ਕਹੋਗੇ? ਆਪਾਂ ਤਾਂ ਅੰਗਰੇਜ਼ੀ ਲਫ਼ਜ਼ ਵਰਤੀ ਜਾਂਦੇ ਆ,
ਮਰੀਜ਼ਾਂ ਦਾ ਘਰ, ਮਰੀਜ਼ਾਂ ਨੂੰ ਠੀਕ ਕਰਨ ਵਾਲਾ ਘਰ, I don't know. So, I, comme dans immeuble, a building, ਇਮਾਰਤ. J, ਇੱਥੇ ਵੀ same ਜੀਜਾ ਲੈ ਆਇਆ ਪਰ ਇਹ ਹੈਗਾ J. jamais, never, ਕਦੇ ਵੀ ਨਹੀਂ. ਕਿਆ? ਕੋਆਲਾ, ਕੋਆਲਾ, ਨਿੱਕੂ ਜਿਹਾ ਭਾਲੂ ਜਿਹਾ ਹੁੰਦਾ ਆ, ਏਦਾਂ ਦਾ. Elle, lampe, une lampe, a lamp, lamp. M, ਮੰਮੇ ਵਾਲਾ sound, manger, to eat, ਖਾਣਾ. N, ਨੰਨੇ ਵਾਲਾ sound, la nature, nature, ਕੁਦਰਤ. O, orange, orange, ਸੰਤਰਾ. P, parc, a park. ਤੁਸੀਂ ਮੈਨੂੰ ਲੱਭ ਕੇ ਦੱਸਿਓ ਕਮੈਂਟਸ ਵਿੱਚ ਪਾਰਕ ਨੂੰ ਆਪਾਂ ਕੀ ਕਹੀਏ ਪੰਜਾਬੀ ਵਿੱਚ. So, Q, Q, U, Q. Quand, when, ਕਦੋਂ. R, rentrer. Alors, ਇੱਥੇ ਗਰਾਰੇ ਵਾਲਾ ਆ ਰਾ, ਜਿੱਦਾਂ ਆਪਾਂ ਰਾਰਾ ਕਹਿੰਦੇ ਰਾ, ਇੱਥੇ ਜੀਭ ਸਾਡੀ ਕੰਮ ਕਰਦੀ ਹੈ, ਇੱਥੇ ਇੱਥੋਂ ਸਾਊਂਡ ਆਉਣਾ ਹੈ. R, ਜਿੱਦਾਂ ਸ਼ੇਰਨੀ ਬੁੱਕ ਦਾ ਹੁੰਦਾ R. Donc, rentrer, to enter, ਅੰਦਰ ਆਉਣਾ. S, sortir, to go out, ਬਾਹਰ ਜਾਣਾ. T, travailler, to work, ਕੰਮ ਕਰਨਾ. U, same ਇੱਧਰ ਆ ਜਾਓ. U, repeat after me. U, O ni, E ni, non. U, salut. U, comme dans utiliser, to use करना. V, comme dans vélo. Alors, ਇੱਥੇ ਵੀ ਆਪਾਂ ਵਾ ਕਹਿੰਦੇ ਆ, ਵਾ ਬੋਲ ਨਹੀਂ ਛੇੜਦੇ ਇੱਕ ਦੂਜੇ ਨੂੰ, ਪਰ ਇੱਥੇ vélo. V. So, en vélo cycle, ਤੇ ਹੁਣ ਸਾਈਕਲ ਨੂੰ ਆਪਾਂ ਪੰਜਾਬੀ ਵਿੱਚ ਕੀ ਕਹਿੰਦੇ ਆ, ਤੁਸੀਂ ਮੈਨੂੰ ਦੱਸਿਓ. So, W, same sound, wagon, a train car. ਇਸ ਤੋਂ ਬਾਅਦ X, ਕੱਕਾ ਸੱਸਾ, X, taxi, a taxi, cab. ਇੱਥੇ ਵੀ ਹੁਣ ਟੈਕਸੀ ਨੂੰ ਆਪਾਂ ਟੈਕਸੀ ਕਹਿ ਦਿੰਦੇ ਆ, ਬਟ ਪੰਜਾਬੀ ਵਿੱਚ ਕੀ ਕਹੋਗੇ ਤੁਸੀਂ? Y, yoga. Z, Gigi Pervindi Zaboulé. Donc, un zèbre, a zebra, ਜਿਹੜਾ ਉਹ ਘੋੜਾ ਨਹੀਂ ਹੁੰਦਾ ਹੈਗਾ ਲੈਣਾ ਜਿਹੀਆਂ ਵਾਲਾ, ਇੱਦਾਂ ਦਾ. Basically, you have to learn it. You have to learn the ABC. It's important, especially when you have to spell your name. ਜਦੋਂ ਤੁਹਾਨੂੰ ਆਪਣਾ ਨਾਮ ਦੱਸਣਾ ਪੈਂਦਾ ਆ, ਸਪੈਲ ਕਰਾਉਣਾ ਪੈਂਦਾ ਆ. ਸਾਡੇ ਨਾਮ ਵੀ ਔਖੇ ਲੱਗਦੇ ਆ ਗੋਰਿਆਂ ਨੂੰ, ਤੇ obviously ਸਾਨੂੰ ਦੱਸਣਾ ਪੈਂਦਾ ਆ. ਸੋ ਇਹ ਜ਼ਰੂਰ ਸਿੱਖਣਾ ਹੈਗਾ ਤੁਸੀਂ. Okay, now sounds ਜਿਹੜੇ ਹੈਗੇ ਆ ਕੰਪੋਜੀਸ਼ਨ ਵਾਲੇ, ਇਹ ਥੋੜਾ ਜਿਹਾ ਦਿਮਾਗ 'ਚ ਬਿਠਾਉਣੇ ਪੈਣੇ ਆ, ਸਮਝਣੇ ਪੈਣੇ. We have to understand how to read them, how to pronounce them. For example, A-N and E-N together sounds like on. ਜਾਣੀ ਕਿ ਕਨੌੜੇ ਤੇ ਬਿੰਦੀ, on. Comme dans ventre, tummy, ਢਿੱਡ. A-I sounds like A, ਲਾਂ ਪੈ ਜਾਂਦੀ ਹੈ. Comme dans maison, house, ਘਰ. O, ਚਾਹੇ ਉਹ AU ਲਿਖਿਆ, donc AU, ਚਾਹੇ ਉਹ ਹੈਗਾ EAU. ਫ੍ਰੈਂਚ ਵਿੱਚ ਪਾਣੀ ਨੂੰ ਕਹਿੰਦੇ O, water, ਪਾਣੀ. Auto, car, ਗੱਡੀ. ON ਨੂੰ ਹੋੜਾ, ਬਿੰਦੀ. Comme dans bonjour, no, bonjour. ਜਦੋਂ ਨੂੰ ਵੀ ON ਇਕੱਠਾ ਦਿਸਦਾ, bonjour, good morning, ਸਤਿ ਸ਼੍ਰੀ ਅਕਾਲ. ਉਸ ਤੋਂ ਬਾਅਦ UI, ਇਹਨੂੰ ਬੋਲਣਾ ਤੁਸੀਂ ਔੜੇ ਨੂੰ ਔਂਕੜ, ਈੜੀ ਨੂੰ ਬਿਹਾਰੀ, UI. Comme dans je suis, I am. ਤੇ ਹੁਣ ਆਪਾਂ ਐਕਸਰਸਾਈਜ਼ ਇੱਕ ਕਰਦੇ ਹਾਂ. ਮੈਂ ਤੁਹਾਨੂੰ ਇੱਕ ਸੈਂਟੈਂਸ ਲਿਖਦੀ ਹਾਂ ਤੇ ਤੁਸੀਂ ਕੋਸ਼ਿਸ਼ ਕਰੋ ਉਹਨੂੰ ਪੜ੍ਹਨ ਦੀ. ਓਕੇ, ਸੋ ਨਾਰਮਲੀ ਜੇ ਤੁਸੀਂ ਇਹ ਅਲਫਾਬੈਟ ਮਾੜਾ ਮੋਟਾ ਸੁਣਿਆ ਹੈਗਾ ਆ ਤੇ ਤੁਹਾਨੂੰ ਇਹ ਸੈਂਟੈਂਸ ਪੜ੍ਹਨ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਹੈਗੀ. ਸੋ je suis à la maison. ਮੈਂ ਘਰੇ ਹਾਂ. I am at home. Je suis à la maison.
ਹੁਣ ਇੱਕ ਹੋਰ ਐਕਸਰਸਾਈਜ਼ ਆ ਤੁਸੀਂ ਸੈਂਟੈਂਸ ਪੜ੍ਹ ਕੇ ਦੇਖੋ normally ਜੇ ਤੁਸੀਂ ਸੁਣਿਆ ਹੈ ਪਹਿਲਾਂ ਮੈਂ ਕੀ ਕਿਹਾ ਹੈ it should be easier for you now to try and read this sentence okay so this means I am at work and we read it this way je suis au travail ਮੈਂ ਕੰਮ ਤੇ ਹਾਂ so ਪੰਜਾਬੀ ਵਿੱਚ ਤੁਸੀਂ verb ਨੂੰ end ਤੇ ਲਾਉਣੇ ਆ ਜਾਂ ਇੱਧਰ ਨੂੰ end ਤੇ ਲਾਉਣੇ ਆ so je suis oui ਇੱਧਰ ਨੂੰ end ਤੇ ਲਾਉਣੇ ਆ so je suis au travail ਆਪਾਂ ਫ੍ਰੈਂਚ ਦੇ ਵਿੱਚ subject verb complement ਜਾਨੀ ਕਿ ਜਿਹੜਾ ਐਕਸ਼ਨ ਕਰਦਾ ਉਹਨੇ ਆਉਣਾ ਫਿਰ ਉਹ ਕੀ ਕਰਦਾ ਉਹ ਆਉਣਾ ਤੇ ਫਿਰ ਉਸ ਤੋਂ ਬਾਅਦ ਆਉਣਾ ਹੈਗਾ ਜੋ ਵੀ ਤੁਸੀਂ ਗਾਣ ਲਾਣਾ ਚਾਹੁੰਦੇ ਆ ਕੋਈ ਡਿਟੇਲ ਦੇਣਾ ਚਾਹੁੰਦੇ ਆ comme dans je suis fatigué ਮੈਂ ਥੱਕਿਆ ਹੋਇਆ ਹਾਂ ਜਾਂ ਮੈਂ ਥੱਕੀ ਹੋਈ ਹਾਂ I am tired in English it's the same so basically for today that will be it ਅੱਜ ਦੀ ਕਲਾਸ ਲਈ ਇੰਨਾ ਹੀ ਤੁਸੀਂ ਪਲੀਜ਼ ABC ਜ਼ਰੂਰ ਯਾਦ ਰੱਖਣਾ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਚੈਨਲ ਨੂੰ ਤੇ ਸ਼ੇਅਰ ਵੀ ਕਰਨਾ ਅਗਰ ਤੁਹਾਡਾ ਕੋਈ ਹੋਰ ਦੋਸਤ ਜਾਂ ਫਰੈਂਡ ਜਾਂ ਸਹੇਲੀ ਜਾਂ ਭੈਣ ਜਾਂ ਭਰਾ ਸਿੱਖਣਾ ਚਾਹੁੰਦਾ French if you have anyone who wants to learn either English or Punjabi I think this class is going to help so please subscribe share and like and if you have any question don't hesitate drop on the comment box ਆਪਾਂ ਬਹੁਤ ਜਲਦ ਮਿਲਦੇ ਹਾਂ ਮੈਂ ਕੋਸ਼ਿਸ਼ ਕਰਦੀ ਹਾਂ ਛੇਤੀ ਤੋਂ ਛੇਤੀ ਵੀਡੀਓ ਬਣਾਉਣ ਦੀ ਤੁਸੀਂ ਇਹ ਸਾਊਂਡ ਜ਼ਰੂਰ ਯਾਦ ਰੱਖਣੇ ਫਿਰ ਮਿਲਦੇ ਹਾਂ see you soon à très bientôt bye